ਪ੍ਰਾਕਥਨ। ਇਸ ਸ਼ਬਦ ਵਿੱਚ ਦੱਸਿਆ ਹੈ ਕਿ ਤਰ੍ਹਾਂ ਤਰ੍ਹਾਂ ਦੀਆਂ ਥੁੜਾਂ, ਲੋੜਾਂ ਤੇ ਦੁੱਖਾਂ ਦੇ ਵਿਹੜੇ ਲੋਕ ਜੋ ਨਾਮ ਆਸ਼ਰਿਤ ਹੋ ਜਾਂਦੇ ਹਨ, ਉਹ ਬਹੁਤ ਚੰਗੇ ਰਹਿੰਦੇ ਹਨ। ਉਹਨਾਂ ਤੋਂ ਜੋ ਨਾਮ ਵਿਹੂਣੇ ਹਨ, ਚਾਹੋ ਵਿਦਵਾਨ ਹਨ, ਤਪੀ ਹਨ, ਸਾਧਨਾ ਵਾਲੇ ਹਨ, ਅਮੀਰ ਹਨ, ਕੁਟੰਬੀ ਹਨ, ਰਾਜੇ ਹਨ, ਤੇ ਸਰੀਰ ਕਰਕੇ ਅਰੋਗ ਤੇ ਰਿਸ਼ਟ ਪੁਸ਼ਟ ਹਨ, ਇਹਨਾਂ ਪਿਛਲਿਆਂ ਦੇ ਉਧਾਰ ਦਾ ਦਾਰੂ ਵੀ ਨਾਮ ਤੇ ਗੁਰੂ ਦੀ ਗੁਰਮਤ ਦੱਸੀ ਹੈ। ਸਭ ਮੁਸ਼ਕਲਾਂ ਦਾ ਦਾਰੂ ਨਾਮ ਦੱਸਿਆ ਹੈ। ਅਗਲੇ ਦੋ ਸ਼ਬਦ ਪੰਜਵੇਂ ਸਤਿਗੁਰਾਂ ਦੀਆਂ ਅਸ਼ਟਪਦੀਆਂ ਹਨ। ਸਿਰਨਾਮਾ ਪਿਛਲਾ ਹੀ ਮਾਨੋ ਆ ਰਿਹਾ ਹੈ, ਇਸੇ ਲਈ ਇੱਥੇ ਆਰੰਭ ਵਿੱਚ ਮੰਗਲ ਨਹੀਂ ਹੈ। ਸ੍ਰੀ ਰਾਗ ਮਹੱਲਾ ਪੰਜਵਾ। ਜਾ ਕਉ ਮੁਸਕਲ ਅਤ ਬਨੈ, ਢੋਈ ਕੋਇ ਨਾ ਦੇ। ਜਿਸ ਨੂੰ ਸਖਤ ਔਖਿਆਈ ਆ ਬਣੇ ਤੇ ਕੋਈ ਉਸ ਨੂੰ ਓਟ ਆਸਰਾ ਨਾ ਦੇਵੇ। ਲਾਗੂ ਹੋਏ ਦੁਸ਼ਮਨਾ, ਸਾਕ ਭੇ ਭਜ ਖਲੇ। ਦੁਸ਼ਮਣ ਉਸ ਦਾ ਪਿੱਛਾ ਕਰਨ ਵਾਲੇ ਹੋ ਖੜੋਣ ਤੇ ਸਾਕ ਮਦਦ ਕਰਨੋਂ ਨੱਠ ਜਾਣ। ਗੱਲ ਕੀ ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਉ। ਉਸ ਦੇ ਸਾਰੇ ਆਸਰੇ ਟੁੱਟ ਜਾਣ ਤੇ ਸਭ ਪਨਾਹਾਂ ਜਾਂ ਪਨਾਹਾਂ ਦੇਣ ਵਾਲੇ ਮੁੱਕ ਜਾਣ। ਚਿਤ ਆਵੈ ਉਸ ਪਾਰ ਬ੍ਰਹਮ, ਲੱਗੈ ਨਾ ਤਤੀ ਵਾਉ। ਜੇ ਉਸ ਨੂੰ ਪਾਰ ਬ੍ਰਹਮ ਚਿਤ ਆਵੇ ਤਾਂ ਤਤੀ ਵਾਉ ਨਾ ਲੱਗੇ। ਸਾਹਿਬ ਨਿਤਾਣਿਆ ਕਾ ਤਾਣ, ਉਹ ਸਾਹਿਬ ਤਾਣਹੀਣਾਂ ਦਾ ਤਾਣ ਹੈ। ਆਏ ਨਾ ਜਾਈ ਥਿਰ ਸਦਾ, ਗੁਰ ਸਬਦੀ ਸਚ ਜਾਣ ਰਹਾਉ। ਉਹ ਸਦਾ ਥਿਰ ਹੈ, ਨਾ ਆਉਂਦਾ ਹੈ ਨਾ ਜਾਂਦਾ ਹੈ। ਇਹ ਗੱਲ ਗੁਰੂ ਦੇ ਉਪਦੇਸ਼ ਦੁਆਰਾ ਸੱਚ ਜਾਣ ਲੈ। ਭਾਵ ਨਿਸ਼ਚੇ ਕਰ ਲੈ ਕਿ ਵਾਹਿਗੁਰੂ ਸਦਾ ਥਿਰ ਹੈ ਤੇ ਨਿਤਾਣਿਆਂ ਦਾ ਤਾਣ ਹੈ। ਇਹ ਗੱਲ ਗੁਰੂ ਉਪਦੇਸ਼ ਹੀ ਨਿਸ਼ਚੇ ਕਰਾਉਂਦਾ ਹੈ। ਆਪਣੀ ਮੱਤ ਜਾਂ ਚਤਰ ਲੋਕਾਂ ਦੀਆਂ ਸੁਣੀਆਂ ਪੜ੍ਹੀਆਂ ਹੁਜਤਾਂ ਗੁਰਮਤ ਦਾ ਸੱਚ ਨਿਸ਼ਚੇ ਨਹੀਂ ਹੋਣ ਦਿੰਦੀਆਂ। ਇਸ ਲਈ ਕਿਹਾ ਹੈ ਕਿ ਗੁਰੂ ਦੇ ਉਪਦੇਸ਼ ਦੁਆਰਾ ਸੱਚ ਨੂੰ ਨਿਸ਼ਚੇ ਕਰ ਰਹਾਉ। ਜੇ ਕੋ ਹੋਵੈ ਦੁਬਲਾ, ਨੰਗ ਭੁੱਖ ਕੀ ਪੀਰ। ਜੇ ਕੋਈ ਸਰੀਰ ਕਰਕੇ ਤਾਂ ਹੋ ਜਾਏ ਕਮਜ਼ੋਰ ਤੇ ਬਾਹਰੋਂ ਤਨ ਰੱਖਿਆ ਲਈ ਉਸ ਨੂੰ ਨੰਗ ਤੇ ਭੁੱਖ ਦੀ ਪੀੜਾ ਵਿਆਪ ਰਹੀ ਹੋਵੇ, ਅਤੇ ਦਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ। ਅਤੇ ਪਦਾਰਥਾਂ ਵੱਲੋਂ ਉਸ ਨੂੰ ਕਿਸੇ ਪਾਸਿਓਂ ਰੁਪਈਆ ਪ੍ਰਾਪਤ ਨਾ ਹੋਵੇ, ਇਥੋਂ ਤਾਈਂ ਕਿ ਕੋਈ ਧੀਰਜ ਦਿਲਾਸਾ ਵੀ ਨਾ ਦੇਵੇ। ਸੁਆਰਥ ਸੁਆਉ ਨਾ ਕੋ ਕਰੇ, ਨਾ ਕਿਛ ਹੋਵੈ ਕਾਜ। ਉਸ ਦਾ ਸੁਆਰਥ, ਉਸ ਦਾ ਸੁਆਉ ਵੀ ਕੋਈ ਪੂਰਾ ਨਾ ਕਰੇ, ਨਾ ਹੀ ਕਿਸੇ ਤਰ੍ਹਾਂ ਉਸ ਦਾ ਕੋਈ ਕੰਮ ਸਿਰੇ ਚੜ੍ਹੇ। ਚਿਤ ਆਵੈ ਉਸ ਪਾਰ ਬ੍ਰਹਮ, ਤਾਂ ਨਿਹਚਲ ਹੋਵੈ ਰਾਜ। ਪਰ ਜੇ ਉਸ ਨੂੰ ਪਾਰ ਬ੍ਰਹਮ ਚਿਤ ਆ ਜਾਵੇ ਤਾਂ ਉਸ ਨੂੰ ਧਰੂ ਵਾਂਗੂ ਅਟਲ ਰਾਜ ਮਿਲ ਜਾਂਦਾ ਹੈ। ਜਾ ਕਉ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ। ਜਿਸ ਦੇ ਮਨ ਨੂੰ ਤਾਂ ਬਹੁਤ ਹੀ ਬਹੁਤ ਚਿੰਤਾ ਵਿਆਪੀ ਹੋਵੇ ਤੇ ਦੇਹ ਨੂੰ ਰੋਗ ਲੱਗਾ ਹੋਵੇ। ਕਿਰਾਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ। ਆਪਣੇ ਕੁਟੰਬ ਤੇ ਗ੍ਰਸਤ ਵਿੱਚ ਹੋਣ ਕਰਕੇ ਕੁਟੰਬ ਕਬੀਲੇ ਦੇ ਦੁੱਖਾਂ ਸੁੱਖਾਂ, ਜੰਮਣ ਮਰਨ, ਸੰਕਟ ਆਦਿ ਝੇੜਿਆਂ ਨਾਲ ਵੇੜਿਆ
ਕਦੇ ਹਰਖ ਕਦੇ ਸ਼ੋਕ ਵਿੱਚ ਰਹਿੰਦਾ ਹੋਵੇ। ਗਾਉਣ ਕਰੇ ਚੌਹ ਕੁੰਟ ਕਾ, ਘੜੀ ਨਾ ਬੈਸਣ ਸੋਏ। ਇਹਨਾਂ ਮੁਸ਼ਕਲਾਂ ਦੇ ਹੱਲ ਕਰਨ ਵਿੱਚ ਜਾਂ ਉਈਏ ਜੇ ਉਹ ਚਾਰੇ ਕੁੰਡਾਂ ਭੱਜਦਾ ਫਿਰਦਾ ਹੋਵੇ, ਆਪਣੇ ਆਰਾਮ ਲਈ ਘੜੀ ਭਰ ਬੈਠਣਾ ਨਾ ਮਿਲਦਾ ਹੋਵੇ, ਚੇਤੇ ਆਵੈ ਉਸ ਪਾਰ ਬ੍ਰਹਮ, ਤਨ ਮਨ ਸੀਤਲ ਹੋਏ। ਪਰ ਜੇ ਉਸ ਨੂੰ ਪਾਰ ਬ੍ਰਹਮ ਚਿਤ ਆ ਜਾਵੇ ਤਾਂ ਮਨ ਤਨ ਠੰਡਾ ਹੋ ਜਾਵੇ। ਹੁਣ ਤੱਕ ਗ੍ਰਹਿਸਥ ਵਿੱਚ ਗਾਫਲਾਂ ਤੇ ਦੁਖੀਆਂ ਦਾ ਜ਼ਿਕਰ ਸੀ, ਹੁਣ ਪਾਪੀਆਂ ਦਾ ਜ਼ਿਕਰ ਕਰਦੇ ਹਨ। ਕਾਮ ਕ੍ਰੋਧ ਮੋਹਿ ਵਸ ਕੀਆ, ਕਿਰਪਨ ਲੋਭ ਪਿਆਰ। ਜਿਸ ਨੂੰ ਕਾਮ ਨੇ, ਕ੍ਰੋਧ ਨੇ, ਮੋਹ ਨੇ, ਲੋਭ ਨੇ ਵਸ ਵਿੱਚ ਕਰ ਲਿਆ ਹੋਵੇ। ਕਾਮ ਕ੍ਰੋਧ ਲੋਭ ਮੋਹ ਕਰਤਾ ਕਾਰਕ ਵਿੱਚ ਹਨ। ਧਨਵਾਨ ਹੋਵੇ ਪਰ ਧਨ ਦੇ ਪਿਆਰ ਕਰਕੇ ਸ਼ੂਮਤਾ ਵਿੱਚ ਹੋਵੇ। ਕਿਰਪਨ ਇਸਤਰੀ ਲਿੰਗ ਹੈ, ਅਰਥ ਹੈ ਕਿਰਪਣਤਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਚਾਰੇ ਕਿਲ ਵੇਖਿਓ ਨਿਆਗ ਕੀਏ, ਹੋਆ ਅਸੁਰ ਸੰਘਾਰ। ਹਾਂ, ਉਸ ਨੇ ਜੇ ਚਾਰੇ ਮਹਾਨ ਕਿਲਵਿਖ ਤੇ ਹੋਰ ਸਾਰੇ ਪਾਪ ਵੀ ਕੀਤੇ ਹੋਏ ਹੋਣ ਅਤੇ ਹੋਇਆ ਹੋਵੇ ਉਸ ਤੋਂ ਰਾਖਸ਼ਾਂ ਵਾਂਗੂ ਹੱਤਿਆ ਕਰਨੇ ਵਾਲਾ ਪਾਪ। ਚਾਰ ਕਿਲਵਿਖ ਜਾਂ ਉਗਰ ਪਾਪ ਇਹ ਹਨ: ਸ਼ਰਾਬ, ਸੋਨੇ ਦੀ ਚੋਰੀ, ਗੁਰ ਨਾਰੀ ਦਾ ਪਾਪ, ਗਊ ਬ੍ਰਾਹਮਣ ਦਾ ਘਾਤ। ਪੋਥੀ ਗੀਤ ਕਵਿਤ ਕਿਛ, ਕਦੇ ਨਾ ਕਰਨ ਧਰਿਆ। ਧਰਮ ਵੱਲੋਂ ਬੇਖਬਰ ਐਸਾ ਹੋਵੇ ਕਿ ਉਸ ਨੇ ਕਦੇ ਧਰਮ ਦੀ ਕੋਈ ਪੋਥੀ ਕਿ ਹਰ ਜਸ ਦੇ ਕੋਈ ਗੀਤ, ਹਰੀ ਤੇ ਹਰ ਭਗਤਾਂ ਦੀਆਂ ਕਰਨੀਆਂ ਦੀਆਂ ਕਵਿਤਾਵਾਂ ਕੁਛ ਵੀ ਕਦੇ ਕੰਨਾਂ ਵਿੱਚ ਨਾ ਧਰਿਆ ਹੋਵੇ, ਭਾਵ ਸੁਣਿਆ ਨਾ ਹੋਵੇ। ਚੇਤੇ ਆਵੈ ਉਸ ਪਾਰ ਬ੍ਰਹਮ, ਤਾਂ ਨਿਮਖ ਸਿਮਰਤ ਤਰਿਆ। ਜੇ ਉਸ ਨੂੰ ਪਾਰ ਬ੍ਰਹਮ ਚਿੱਤ ਆ ਜਾਵੇ ਤਾਂ ਪਲ ਭਰ ਦੇ ਸਿਮਰਨ ਨਾਲ ਅਜਾਮਲ ਵਤ ਤਰ ਗਿਆ ਜਾਣੋ, ਭਾਵ ਤਰ ਜਾਏਗਾ। ਹੁਣ ਤੱਕ ਤਰ੍ਹਾਂ ਤਰ੍ਹਾਂ ਦੇ ਦੁਖੀਆਂ ਨੂੰ ਨਾਮ ਮਿਲਣ ਤੇ ਉਤਮਤਾ ਦੱਸੀ ਸੀ ਤੇ ਉਹਨਾਂ ਨੂੰ ਸੁੱਖ ਦੇਣ ਦੀ ਨਾਮ ਦੀ ਵਾਹਿਗੁਰੂ ਪ੍ਰੇਮ ਦੀ ਸਾਮਰਥ ਦੱਸੀ ਸੀ। ਹੁਣ ਨਾਮ ਤੇ ਪ੍ਰੇਮ ਵਿਹੂਣਿਆਂ ਦੀ ਵਿਦਮਤਾ, ਤਪ ਕਰਮ ਦੀ ਨਿਸਫਲਤਾ ਦੱਸਦੇ ਹਨ। ਸਾਸਤ ਸਿਮਰਤ ਬੇਦ ਚਾਰ, ਮੁਖਾਗਰ ਵਿਚਰੇ। 6 ਸ਼ਾਸਤਰ, 27 ਸਿਮਰਤੀਆਂ, ਚਾਰੇ ਵੇਦ ਕੰਠੋਂ ਚੰਗੀ ਤਰ੍ਹਾਂ ਉਚਾਰਦਾ ਹੋਵੇ। ਤਪੇ ਤਪੀਸਰ ਜੋਗੀਆ, ਤੀਰਥ ਗਵਨ ਕਰੇ। ਭਾਵੇਂ ਕੋਈ ਤਪਸਵੀਆਂ ਦਾ ਤਪੇਸਵਰ ਹੋਵੇ, ਵੱਡਾ ਤਪੀ ਹੋਵੇ, ਕੋਈ ਜੋਗੀਆਂ ਦਾ ਵੱਡਾ ਹੋਵੇ, ਚਾਹੋ ਤੀਰਥਾਂ ਤੇ ਭੌਂਦਾ ਫਿਰੇ। ਖਟ ਕਰਮਾਂ ਤੇ ਦੁਗਣੇ, ਪੂਜਾ ਕਰਤਾ ਨਾਏ। ਚਾਹੋ ਖਟ ਕਰਮਾਂ ਤੋਂ ਦੂਣੇ 12 ਕਰਮ ਕਰਦਾ ਹੋਵੇ, ਇਸ਼ਨਾਨ ਕਰਦਾ ਹੋਵੇ, ਪੂਜਾ ਕਰਦਾ ਹੋਵੇ। ਰੰਗ ਨਾ ਲੱਗੀ ਪਾਰ ਬ੍ਰਹਮ, ਤਾ ਸਰ ਪਰ ਨਰਕੇ ਜਾਏ। ਜੇ ਉਸ ਨੂੰ ਪਾਰ ਬ੍ਰਹਮ ਦਾ ਪ੍ਰੇਮ ਨਹੀਂ ਲੱਗੇਗਾ ਤਾਂ ਉਹ ਜ਼ਰੂਰ ਨਰਕ ਨੂੰ ਹੀ ਜਾਏਗਾ। ਰਾਜ ਮਿਲਕ ਸਿਕਦਾਰੀਆ, ਰਸ ਭੋਗਣ ਬਿਸਥਾਰ। ਰਾਜ ਹੋਵੇ, ਜਾਇਦਾਦਾਂ ਹੋਣ, ਸਿਕਦਾਰੀਆਂ ਹੋਣ, ਰਸਦਾਈ ਭੋਗਾਂ ਦੇ ਖਿਲਾਰੇ ਹੋਣ। ਬਾਗ ਸੁਹਾਵੇ ਸੋਹਣੇ, ਚੱਲੇ ਹੁਕਮ ਅਫਾਰ। ਸੋਹਣੇ ਬਾਗ ਹੋਣ ਜੋ ਬੜੇ ਸੁਹਾਵਣੇ ਲੱਗਣ ਤੇ ਅਮੋੜ ਹੁਕਮ ਟੁਰੇ। ਰੰਗ ਤਮਾਸੇ ਬਹੁ ਵਿਧੀ, ਚਾਏ ਲੱਗ ਰਹਿਆ। ਖੇਲਾਂ ਤਮਾਸ਼ੇ ਤਰ੍ਹਾਂ ਤਰ੍ਹਾਂ ਦੇ ਹੋਣ ਜਿਨ੍ਹਾਂ ਵਿੱਚ ਚਾਉ ਚੜ੍ਹਿਆ ਰਹੇ।
ਚਿਤ ਨ ਆਇਓ ਪਾਰ ਬ੍ਰਹਮ, ਤਾ ਸਰਪ ਕੀ ਜੂਨ ਗਿਆ। ਐਸੇ ਪੁਰਖ ਨੂੰ ਪਾਰ ਬ੍ਰਹਮ ਚਿਤ ਨ ਆਇਆ ਤਾਂ ਜਾਣੋ ਸੱਪ ਦੀ ਜੂਨ ਵਿੱਚ ਗਿਆ ਹੈ। ਹੁਣ ਸ੍ਰੇਸ਼ਟਾਚਾਰੀ ਲੋਕਾਂ ਵਿੱਚ ਹਰ ਦਿਲ ਅਜੀਜ ਪੁਰਖ ਨੂੰ ਲੈਂਦੇ ਹਨ। ਬਹੁਤ ਧਨਾੜ ਅਚਾਰਵੰਤ, ਸੋਭਾ ਨਿਰਮਲ ਰੀਤ। ਬਹੁਤ ਸ਼ਾਹੂਕਾਰ ਹੋਵੇ, ਅਚਾਰਵੰਤ ਭਾਵ ਚੰਗੇ ਕੰਮ ਕਰਨ ਵਾਲਾ ਹੋਵੇ, ਐਸਾ ਕਿ ਲੋਕਾਂ ਨਾਲ ਉਸ ਦੀ ਵਰਤੋਂ ਦੀ ਰੀਤ ਨਿਰਮਲ ਹੋਵੇ। ਮਾਤ ਪਿਤਾ ਸੁਤ ਭਾਈਆ, ਸਾਜਨ ਸੰਗ ਪ੍ਰੀਤ। ਮਾਤਾ ਪਿਤਾ ਪੁੱਤਰਾਂ ਭਰਾਵਾਂ ਸੱਜਣਾ ਸਭਨਾਂ ਨਾਲ ਪਿਆਰ ਹੋਵੇ। ਲਸਕਰ ਤਰਕਸ ਬੰਦ ਬੰਦ, ਜੀਓ ਜੀਓ ਸਗਲੀ ਕੀਤ। ਹਾਂ, ਉਸ ਅੱਗੇ ਸਨੱਧਬੱਧ ਫੌਜਾਂ ਬੰਦਨਾ ਕਰਦੀਆਂ ਤੇ ਸਾਰੀਆਂ ਜੀ ਜੀ ਕਰਕੇ ਬੋਲਦੀਆਂ ਹੋਣ। ਚਿਤ ਨ ਆਇਓ ਪਾਰ ਬ੍ਰਹਮ, ਤਾ ਖੜ ਰਸਾਤਲ ਦੀਤ। ਜੇ ਉਸ ਨੂੰ ਪਾਰ ਬ੍ਰਹਮ ਚਿਤ ਨਹੀਂ ਆਉਂਦਾ ਤਾਂ ਉਸ ਨੂੰ ਅੰਤ ਸਮੇਂ ਲੈ ਜਾ ਕੇ ਸਭ ਤੋਂ ਨੀਵੇਂ ਨਰਕ ਵਿੱਚ ਦੇ ਦੇਣਗੇ। ਹੁਣ ਅਰੋਗ ਦੇਹ ਵਾਲੇ ਭੋਗੀ ਨੂੰ ਲੈਂਦੇ ਹਨ। ਕਾਇਆ ਰੋਗ ਨਾ ਛਿਦਰ ਕਿਛ, ਨਾ ਕਿਛ ਕਾੜਾ ਸੋਗ। ਜਿਸ ਦੀ ਦੇਹੀ ਨੂੰ ਕੋਈ ਔਰ ਨਹੀਂ, ਨਾ ਜਿਸ ਦੀ ਦੇਹ ਵਿੱਚ ਕੋਈ ਅੰਗ ਭੰਗ ਹੈ, ਨਾ ਉਸ ਨੂੰ ਕੋਈ ਕਾੜਾ ਭਾਵ ਜਲਣ ਕੇ ਚਿੰਤਾ ਵਾਪਰਦੀ ਹੈ, ਨਾ ਕੋਈ ਸੋਗ ਪੈਂਦਾ ਹੈ। ਮਿਰਤ ਨ ਆਵੀ ਚਿਤ ਤਿਸ, ਅਹਨਿਸ ਭੋਗੈ ਭੋਗ। ਮੌਤ ਉਸ ਨੂੰ ਯਾਦ ਹੀ ਨਹੀਂ ਆਉਂਦੀ, ਦਿਨੇ ਰਾਤ ਭੋਗ ਹੀ ਭੋਗਦਾ ਰਹਿੰਦਾ ਹੈ। ਸਭ ਕਿਛ ਕੀਤੋ ਨ ਆਪਣਾ, ਜੀਏ ਨ ਸੰਕ ਧਰਿਆ। ਜਿਸ ਨੇ ਬਾਹੂ ਬਲ ਤੇ ਚਤੁਰਾਈ ਨਾਲ ਸਭ ਕੁਝ ਆਪਣਾ ਕਰ ਲਿਆ ਹੈ, ਕਿਸੇ ਗੱਲੇ ਤੇ ਕਿਸੇ ਤੋਂ ਉਸ ਨੇ ਆਪਣੇ ਜੀਵ ਵਿੱਚ ਕੋਈ ਕਦੇ ਸੰਗ ਨਾ ਕੀਤੀ ਹੋਵੇ। ਚਿਤ ਨ ਆਇਓ ਪਾਰ ਬ੍ਰਹਮ, ਜਮ ਕੰਕਰ ਵਸ ਪਰਿਆ। ਉਸ ਨੂੰ ਪਾਰ ਬ੍ਰਹਮ ਚਿਤ ਨਹੀਂ ਆਇਆ, ਉਹ ਅੰਤ ਨੂੰ ਜਾਣ ਲਓ ਕਿ ਜਮਦੂਤਾਂ ਦੇ ਵਸ ਪੈ ਗਿਆ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੈ ਸਾਧੂ ਸੰਗ। ਸਿਧਾਂਤ: ਜਿਸ ਉਤੇ ਪਾਰ ਬ੍ਰਹਮ ਆਪਣੀ ਕਿਰਪਾ ਕਰੇ, ਉਸ ਨੂੰ ਸਾਧੂ ਦਾ ਸੰਗ ਪ੍ਰਾਪਤ ਹੋ ਜਾਂਦਾ ਹੈ। ਜਿਉ ਜਿਉ ਉਹ ਵਧਾਈਐ, ਤਿਉ ਤਿਉ ਹਰਿ ਰੰਗ। ਹੁਣ ਜਿਉਂ ਜਿਉਂ ਉਹ ਸਾਧੂ ਦਾ ਸੰਗ ਵਧਾਈਦਾ ਹੈ, ਤਿਉਂ ਤਿਉ ਹਰੀ ਨਾਲ ਪਿਆਰ ਵੱਧਦਾ ਹੈ। ਦੋਹਾ ਸਿਰਿਆ ਕਾ ਖਸਮ ਆਪ, ਅਵਰ ਨ ਦੂਜਾ ਥਾਉ। ਲੋਕ ਪਰਲੋਕ ਦੋਹਾਂ ਸਿਰਿਆਂ ਦਾ ਮਾਲਕ ਉਹ ਪਾਰ ਬ੍ਰਹਮ ਹੈ। ਉਹ ਆਪ ਹੈ, ਜੀਵਾਂ ਲਈ ਹੋਰ ਕੋਈ ਦੂਜਾ ਟਿਕਾਣਾ ਸੁੱਖ ਦਾ ਨਹੀਂ ਹੈ। ਸਤਿਗੁਰ ਤੁਠੈ ਪਾਇਆ, ਨਾਨਕ ਸੱਚਾ ਨਾਉ। ਹੇ ਨਾਨਕ, ਸਤਿਗੁਰ ਦੇ ਤਰੁੱਠਣ ਨਾਲ ਹੀ ਸੱਚਾ ਨਾਮ ਪਾਇਆ ਹੈ, ਭਾਵ ਹੈ ਪਾਈਦਾ ਹੈ। ਵਿਆਖਿਆ: ਇਸ ਸ਼ਬਦ ਵਿੱਚ ਦੋ ਪਹਿਲੂ ਦਰਸਾਏ ਹਨ। ਪਹਿਲਾ ਅੰਕ 4 ਦੇ ਅਖੀਰ ਤੱਕ ਹੈ, ਦੂਸਰਾ ਅੰਕ 8 ਦੇ ਅਖੀਰ ਤੱਕ ਰਹਾਉ ਵਿੱਚ ਤੇ ਅੰਤਲੇ ਅੰਕ ਵਿੱਚ ਦੋਹਾਂ ਲਈ ਸਿਧਾਂਤ ਤੇ ਵਾਂਸ਼ਤ ਦੀ ਪ੍ਰਾਪਤੀ ਦਾ ਉਪਰਾਲਾ ਦੱਸਿਆ ਹੈ। ਪਹਿਲੇ 3 ਅੰਕ ਵਿੱਚ ਪਰਮੇਸ਼ਰ ਦੇ ਨਾਮ ਦੀ ਉਹ ਪ੍ਰਲੱਭ ਸ਼ਕਤੀ ਦੱਸੀ ਹੈ, ਜੋ ਨਾ ਕੇਵਲ ਪਰਮਾਰਥਿਕ ਸਾਧਨ ਰੂਪਤਾ ਵਿੱਚ ਸਫਲ ਹੁੰਦੀ ਤੇ ਮੰਜ਼ਲੇ ਅਪੜਾਉਂਦੀ ਹੈ, ਸਗੋਂ ਸੰਸਾਰਿਕ ਦੁੱਖਾਂ, ਕਸ਼ਟਾਂ, ਨਿਰਾਸ਼ਤਾਈਆਂ, ਥੋੜਾਂ, ਲੋੜਾਂ, ਨਿਤਾਣਤਾਈਆਂ, ਬਿਮਾਰੀਆਂ ਆਦਿ ਊਣਤਾਈਆਂ ਤੇ ਵਿਪਤਾਂ ਵੇਲੇ ਵੀ ਸਹਾਈ ਹੁੰਦੀ ਹੈ। ਅੰਕ 4 ਵਿੱਚ ਪਰਮਾਰਥਿਕ ਗਰਾਓ ਦੀਆਂ ਹਾਲਤਾਂ ਲਈਆਂ ਹਨ। ਚਾਹੋ ਕਿਸੇ ਵਿੱਚ 5 ਦੂਤਾਂ ਦੀ ਪ੍ਰਬਲਤਾ, ਕੁਕਰਮਾਂ ਤੇ ਪਾਪਾਂ ਦੀ ਭਰਮਾਰ ਹੋ ਜਾਵੇ,
ਇਥੋਂ ਤਾਈਂ ਕਿ ਉਸ ਦੀ ਬ੍ਰਿਤੀ ਹੀ ਰਾਖਸ਼ ਹੋ ਗਈ ਹੋਵੇ, ਇਉਂ ਕਿ ਰਾਖਸ਼ਾਂ ਵਰਗੀ ਬੇਤਰਸੀ ਵਾਲੀ ਹੱਤਿਆ ਕਰਦਾ ਰਿਹਾ ਹੋਵੇ। ਉਸ ਦਾ ਫਲ ਰਾਖਸ਼ ਬ੍ਰਿਤੀ ਹੁੰਦੀ ਹੈ। ਸੁਭਾਵ ਹੀ ਹੱਤਿਆ ਕਰਨ ਦਾ ਹੋ ਜਾਂਦਾ ਹੈ। ਉਸ ਨੂੰ ਵੀ ਜੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਜਾਵੇ ਤਾਂ ਉਹ ਵੀ ਤਰ ਜਾਂਦਾ ਹੈ। ਇਹਨਾਂ ਚੌਹਾਂ ਅੰਕਾਂ ਵਿੱਚ ਇਹ ਗੱਲ ਵਿਸ਼ੇਸ਼ ਕਰਕੇ ਨਿਰੂਪਣ ਹੋ ਰਹੀ ਦਿਸਦੀ ਹੈ ਕਿ ਪਰਮੇਸ਼ਰ ਦੇ ਨਾਮ ਵਾਲਾ ਬੰਦਾ ਥੋੜਾਂ ਵਿੱਚ, ਦੁੱਖਾਂ ਵਿੱਚ, ਔਖਾਂ ਤੇ ਕਸ਼ਟਾਂ ਵਿੱਚ ਚੰਗਾ ਹੈ ਉਹਨਾਂ ਨਾਲੋਂ ਜੋ ਅਗਲੇ 4 ਅੰਕਾਂ ਵਿੱਚ ਦਰਸਾਏ ਹਨ ਕਿ ਜੋ ਨਾਮ ਤੋਂ ਵਿਹੂਣੇ ਹਨ, ਚਾਹੋ ਉਹ ਵਿਦਵਾਨ ਹਨ, ਚਾਹੋ ਤਪੀ ਜੋਗੀ ਕਰਮਕਾਂਡੀ ਹਨ, ਚਾਹੋ ਤੀਰਥਾ ਰਟਣੀ ਤੇ ਪੂਜਾ ਕਰਨੇ ਵਾਲੇ ਹੋਣ। ਨਾਮ ਪ੍ਰਾਪਤੀ ਦੁਆਰਾ ਸਾਈਂ ਦਾ ਪ੍ਰੇਮ ਲੱਗੇ ਬਾਝ ਉਹਨਾਂ ਦੀ ਗਤੀ ਕਰਮਾਂ ਅਨੁਸਾਰ ਊਰਧ ਕਿਸਮ ਦੀ ਨਹੀਂ ਹੁੰਦੀ। ਸੋ ਪਹਿਲੇ 4 ਅੰਕਾਂ ਵਿੱਚ ਨਾਮ ਦਾ ਪ੍ਰਤਾਪ ਦਿਖਾ ਕੇ ਹੁਣ ਅੰਕ 5 ਤੋਂ ਨਾਮ ਵਿਹੂਣਿਆਂ ਦੀ ਗਤੀ ਦੱਸਦੇ ਹਨ। ਜੋ ਪ੍ਰਭੂ ਪ੍ਰੇਮ ਤੋਂ ਸਖਣੇ ਰਹਿ ਕੇ ਆਪਣੇ ਜਾਣੇ ਚੰਗੇ ਕਰਮ ਕਰਦੇ ਹਨ, ਉਹਨਾਂ ਦੇ ਉਹ ਕਰਮ ਵੀ ਅਸਫਲ ਜਾਂਦੇ ਹਨ। ਉਹ ਜੀਵ ਦੇ ਕਰਮ ਚੱਕਰ ਨੂੰ ਨਹੀਂ ਤੋੜਦੇ, ਕਰਮ ਦੇ ਗੇੜ ਦੇ ਜਮਾ ਖਰਚ ਤੁਰੇ ਰਹਿੰਦੇ ਹਨ। ਸੋ ਕਰਮਾਂ ਦੇ ਕੁੱਠੇ, ਵਾਸ਼ਨਾ ਦੇ ਬੱਧੇ, ਉਹ ਅਧੋਗਤੀਆਂ ਨੂੰ ਤੁਰੇ ਜਾਂਦੇ ਹਨ। ਕਾਰਨ ਇਹ ਹੈ ਜੋ ਗੁਰਬਾਣੀ ਵਿੱਚ ਜਗ੍ਹਾ ਜਗ੍ਹਾ ਦੱਸਿਆ ਹੈ ਕਿ ਵਾਹਿਗੁਰੂ ਪ੍ਰੇਮ ਨਾਲ ਖਿੱਚਿਆ ਜੀਵ ਵਾਹਿਗੁਰੂ ਸ਼ਰਨ ਵਿੱਚ ਪਹੁੰਚ ਜਾਂਦਾ ਹੈ। ਇਸ ਬਿਨਾਂ ਕਰਮਾਂ ਦੇ ਹਿਸਾਬ ਵਿੱਚ ਰਹਿੰਦਾ ਹੈ। ਉਹ ਕਰਮ ਆਪੋ ਆਪਣੇ ਬਣੇ ਵਾਸ਼ਨਾ ਤ੍ਰਿਸ਼ਨਾ ਵਾਲੇ ਸੁਭਾਵਾਂ ਅਨੁਸਾਰ ਅਧੋਗਤੀਆਂ ਵਿੱਚ ਧੱਕੀ ਲਈ ਚੱਲਦੇ ਹਨ। ਇਸ ਪੱਖ ਵਿੱਚ ਗੁਰੂ ਜੀ ਨੇ ਇਹਨਾਂ 4 ਅੰਕਾਂ ਵਿੱਚ ਕਈ ਪ੍ਰਕਾਰ ਦੇ ਪ੍ਰਭੂ ਪ੍ਰੇਮ ਤੋਂ ਵਿਰਵੇ ਲੋਕ ਗਿਣੇ ਹਨ। ਪਹਿਲਾਂ ਲਏ ਹਨ ਸ਼ਾਸਤਰਗ ਵਿਦਵਾਨ, ਫੇਰ ਤਪਸਵੀ, ਜੋਗੀ ਤੇ ਤੀਰਥਾਟਣੀ, ਇਸ਼ਨਾਨੀ, ਪੂਜਕ ਤੇ 12 ਕਰਮਾਂ ਦੇ ਕਰਨਹਾਰੇ। ਇਹ ਸਾਰੇ ਆਪਣੀ ਵੱਲੋਂ ਸਾਧਨ ਕਰਦੇ ਹਨ, ਪਰ ਇਹ ਸਾਧਨ ਪਰਮਾਤਮ ਮੇਲ ਵਿੱਚ ਨਹੀਂ ਲੈ ਜਾਂਦੇ, ਕਿਉਂਕਿ ਉਹਨਾਂ ਦੇ ਮਨਾਂ ਦੀ ਸੇਧ ਉਸ ਵੱਲ ਖਿੱਚ ਇਹਨਾਂ ਵਿੱਚ ਨਹੀਂ ਹੁੰਦੀ। ਨਾ ਨਾਮ ਤੇ ਸਿਫਤ ਸਲਾਹ ਹੁੰਦੀ ਹੈ ਜੋ ਖਿੱਚ ਪਾ ਦਿੰਦੀ ਹੈ। ਜਿਵੇਂ ਖੂਹ ਵਿੱਚ ਡਿੱਗਾ ਡੋਲ ਖੂਹ ਦੇ ਪਾਣੀ ਵਿੱਚ ਹੀ ਰਗੜੀਂਦਾ ਰਹਿੰਦਾ ਹੈ। ਜੇ ਉਸ ਦੇ ਗਲ ਗਲਾਵਾਂ ਪੈ ਜਾਵੇ ਤੇ ਉੱਪਰ ਨੂੰ ਖਿੱਚ ਵੱਜੇ ਤਾਂ ਉਹ ਬਾਹਰ ਨਿਕਲੇ ਤੇ ਸਲਾਮਤੀ ਦੇ ਟਿਕਾਣੇ ਪਹੁੰਚੇ। ਜੇ ਸ਼ੁਭ ਕਰਮਾਂ ਦੇ ਬਲ ਨਾਲ ਕੋਈ ਸਵਰਗ ਆਦਿਕਾਂ ਨੂੰ ਪ੍ਰਾਪਤ ਹੁੰਦੇ ਹਨ, ਤਦ ਪੁੰਨਾਂ ਦੇ ਖਹਿ ਹੋਣੇ ਤੇ ਫਿਰ ਗਰਾਓ ਹੁੰਦਾ ਹੈ ਤੇ ਉਹੀ ਗੇੜ ਚੱਲਦਾ ਹੈ। ਸੋ ਦੁੱਖ ਸੁੱਖ ਦਾ ਚੱਕਰ ਚੱਲਦਾ ਰਹਿੰਦਾ ਹੈ। ਦੁੱਖ ਭਗਵੰਤ ਦੀ ਭਗਤੀ ਤੇ ਪ੍ਰੇਮ ਨਾਲ ਨਿਪਟਦਾ ਹੈ। ਅੰਕ 6 ਵਿੱਚ ਗੁਰੂ ਜੀ ਨੇ ਰਾਜੇ, ਮਲਕ, ਅਹੁਦੇਦਾਰ ਲਏ ਹਨ ਤੇ ਉਹਨਾਂ ਦੇ ਭੋਗਾਂ ਦੇ ਸਾਮਾਨ ਗਿਣੇ ਹਨ। ਉਹ ਇਉਂ ਦੀਸਨਹਾਰ ਵਿੱਚ ਰੁੱਝੇ ਰਹਿੰਦੇ ਹਨ ਤੇ ਪਾਰ ਬ੍ਰਹਮ ਦਾ ਪ੍ਰੇਮ ਨਾ ਲੱਗਣ ਕਰਕੇ ਕਰਮਾਂ ਅਨੁਸਾਰ ਅਧੋਗਤੀ ਨੂੰ ਜਾਂਦੇ ਹਨ। ਇਸੀ ਤਰ੍ਹਾਂ ਅੰਕ 7 ਵਿੱਚ ਉਹ ਆਦਮੀ ਲਏ ਹਨ ਜੋ ਦੂਸਰਿਆਂ ਨੂੰ ਸੁੱਖ ਦਿੰਦੇ, ਭਲੇ ਵਰਤਾਓ ਕਰਦੇ, ਹਰ ਦਿਲ ਅਜੀਜ਼ ਹੁੰਦੇ ਹਨ। ਪੈਸੇ ਵਾਲੇ ਹੋਣ ਕਰਕੇ ਕਿਸੇ ਦੀ ਥੁੜ ਪੂਰੀ ਕਰ ਦਿੰਦੇ ਹਨ। ਭਾਈਚਾਰੇ ਦੀ ਪ੍ਰੀਤ ਵਰਤਦੇ ਹਨ। ਸਭ ਨੂੰ ਜੀ ਕਰਦੇ, ਹਰ ਮਨ ਪਿਆਰੇ ਮਸ਼ਹੂਰ ਹੋ ਜਾਂਦੇ ਹਨ। ਪਰ ਪਾਰ ਬ੍ਰਹਮ ਉਹਨਾਂ ਦੇ ਧਿਆਨ ਵਿੱਚ ਨਹੀਂ ਹੁੰਦਾ। ਉਹ ਵੀ ਕਰਮ ਗੇੜ ਵਿੱਚ ਰਹਿੰਦੇ ਹਨ ਤੇ ਕਰਮ ਫਲ ਅਨੁਸਾਰ ਗਤੀ ਨੂੰ ਜਾਂਦੇ ਹਨ। ਅੰਕ 8 ਵਿੱਚ ਆਪ ਦੀ ਦ੍ਰਿਸ਼ਟੀ ਉਹਨਾਂ ਤੇ ਪਈ ਹੈ ਜੋ ਅੰਕ 6 ਨਾਲੋਂ ਰੱਤਾ ਕੋ ਫਰਕ ਰੱਖਦੇ ਹਨ। ਇਹ ਹਨ ਸਰੀਰ ਵਿੱਚ ਬਲੀ ਤੇ ਅਰੋਗ ਲੋਕ, ਜੋ ਆਪ ਅਮੀਰਾਂ ਵਾਂਗੂ ਭੋਗਾਂ ਦੇ ਮਾੜੇ ਅਸਰਾਂ ਨਾਲ ਛੇਤੀ ਰੋਗ ਗ੍ਰਸਤ ਨਹੀਂ ਹੋ ਜਾਂਦੇ, ਜੋ ਦੁਨੀਆ ਵਿੱਚ ਨਿਸੰਗ ਵਿਚਰਦੇ ਹਨ, ਨਾ ਡਰਦੇ ਹਨ ਕਿਸੇ ਤੋਂ ਤੇ ਨਾ ਕਿਸੇ ਕਰਮ ਤੋਂ ਸੰਕੋਚ ਕਰਦੇ ਨੇ, ਨਾ ਕਿਸੇ ਪਾਪ ਤੋਂ ਸੂਗ ਕਰਦੇ ਹਨ। ਕਈ ਵਾਰੀ ਐਸਿਆਂ ਨੂੰ ਦੇਖ ਕੇ ਲੋਕੀ ਆਖਦੇ ਹਨ, ਦੇਖੋ ਜੀ ਪਾਪੀ ਕਿਵੇਂ ਸੁਖੀ ਹਨ। ਹੁਣ ਕੋਈ ਕਿਉਂ ਨਾ ਨਿਸੰਕ ਹੋ ਕੇ ਪਾਪ ਕਮਾਵੇ।
ਪਰ ਗੁਰੂ ਜੀ ਦੱਸਦੇ ਹਨ ਕਿ ਇਹ ਵੀ ਉੱਪਰ ਨਹੀਂ ਉੱਠ ਸਕਦੇ, ਆਪਣੇ ਮਾੜੇ ਕਰਮਾਂ ਦੀ ਖੈਂਚ ਨਾਲ ਅਧੋਗਤੀ ਨੂੰ ਜਾਣਦੇ ਹਨ। ਹੁਣ ਅੰਕ 9 ਵਿੱਚ ਉਸ ਨਾਮ ਦੀ ਵਿਧੀ ਦੱਸਦੇ ਹਨ, ਜਿਸ ਦੀ ਹੋਂਦ ਦੁੱਖਾਂ, ਪਾਪਾਂ, ਕਸ਼ਟਾਂ ਵੇਲੇ ਆ ਕਲਿਆਣ ਕਰਦੀ ਹੈ, ਜਿਸ ਦੀ ਅਣਹੋਂਦ ਵਿਦਿਆ, ਕਰਮ, ਧਰਮ, ਦੌਲਤ, ਬਲ, ਐਸ਼ਵਰਜ ਦੇ ਹੁੰਦਿਆਂ ਅਧੋਗਤੀ ਨੂੰ ਲੈ ਜਾਂਦੀ ਹੈ। ਇਹ ਇਉਂ ਹੈ, ਪਹਿਲੇ ਸਾਧੂ ਦਾ ਸੰਗ ਮਿਲੇ, ਇਸ ਮੇਲ ਨੂੰ ਪਾਰ ਬ੍ਰਹਮ ਦੀ ਪਹਿਲੀ ਕਿਰਪਾ ਸਮਝਿਆ ਜਾਵੇ। ਜਿਉਂ-ਜਿਉਂ ਸਾਧੂ ਨਾਲ ਸੰਗ ਵਧੇ, ਤਿਉਂ-ਤਿਉਂ ਪਾਰ ਬ੍ਰਹਮ ਨਾਲ ਪ੍ਰੇਮ ਵਧੇ, ਕਿਉਂਕਿ ਉਹ ਤਰੁੱਠ ਕੇ ਨਾਮ ਦਾਨ ਦੇਵੇਗਾ। ਉਸ ਨਾਮ ਦੀ ਕਮਾਈ ਨਾਲ ਪਾਰ ਬ੍ਰਹਮ ਦਿਸੇਗਾ ਕਿ ਲੋਕ ਪਰਲੋਕ ਦੋਹਾਂ ਸਿਰਿਆਂ ਦਾ ਮਾਲਕ ਉਹੀ ਹੈ ਤੇ ਇੱਕੋ ਉਹ ਹੈ, ਤੇ ਹੋਰ ਉਸ ਬਿਨਾਂ ਜੀਵਾਂ ਦੀ ਸ਼ੁਭ ਗਤੀ ਲਈ ਕੋਈ ਟਿਕਾਣਾ ਹੀ ਨਹੀਂ ਹੈ। ਇਹ ਹੈ ਉਪਦੇਸ਼ ਜੋ ਅੰਕ 9 ਵਿੱਚ ਦਿੱਤਾ ਹੈ। ਨਿਰੁਕਤ। ਮੁਸ਼ਕਲ ਦਾ ਭਾਵ ਹੈ ਅਰਬੀ ਵਿੱਚ ਮੁਸ਼ਕਿਲ, ਕਠਿਨਤਾ, ਔਖਿਆਈ। ਢੋਈ ਦਾ ਭਾਵ ਹੈ ਪੰਜਾਬੀ ਵਿੱਚ ਆਸਰਾ, ਓਟ, ਪਨਾਹ। ਲਾਗੂ ਦਾ ਭਾਵ ਹੈ ਪੰਜਾਬੀ ਵਿੱਚ ਲੱਗਣਾ ਤੋਂ, ਜੋ ਲੱਗੇ ਸੇ ਲਾਗੂ, ਪਿੱਛੇ ਲੱਗ ਪੈਣ ਵਾਲਾ। ਉਹ ਸੱਜਣ ਵੀ ਹੋ ਸਕਦਾ ਹੈ ਤੇ ਦੁਸ਼ਮਣ ਵੀ। ਇਸ ਕਰਕੇ ਇਸ ਦੇ ਦੋਏ ਅਰਥ ਹਨ। ਇੱਥੇ ਵੈਰ ਭਾਵ ਨਾਲ ਪਿੱਛੇ ਲੱਗਣਾ ਮੁਰਾਦ ਹੈ ਕਿ ਦੁਸ਼ਮਣ ਮਗਰ ਪੈ ਜਾਣ ਦੁੱਖ ਦੇਣ ਲਈ। ਬਾਣੀ ਵਿੱਚ ਹੋਰ ਥਾਂ ਵੀ ਆਇਆ ਹੈ, ਤੂੰ ਵਿਸਰਹਿ ਤਾਂ ਸਭ ਕੋ ਲਾਗੂ। ਆਸਾ ਮਹੱਲਾ ਪੰਜਵਾ। ਔਗਣ ਫਿਰ ਲਾਗੂ ਭਏ। ਸ੍ਰੀ ਰਾਗ ਮਹੱਲਾ ਪਹਿਲਾ। ਦੂਜੇ ਅਰਥਾਂ ਵਿੱਚ ਆਮ ਗੀਤਾਂ ਵਿੱਚ ਆਇਆ ਹੈ, ਆਸਰਾ, ਅਸਰਾਓ। ਦੋਹਾਂ ਦਾ ਅਰਥ ਆਸਰਾ ਹੀ ਹੈ, ਪਰ ਇਉਂ ਵੀ ਫਰਕ ਸਮਝ ਵਿੱਚ ਆਉਂਦਾ ਹੈ ਕਿ ਨੇੜੇ ਦੇ ਨੂੰ ਆਸਰਾ ਕਹੀਦਾ ਹੈ ਤੇ ਦੂਰ ਦੇ ਨੂੰ ਅਸਰਾਓ। ਮਾਂ ਪਿਓ ਦਾ ਆਸਰਾ ਹੈ, ਸੱਸ ਸਹੁਰੇ ਦਾ ਅਸਰਾਓ ਹੈ। ਦੁਬਲਾ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਦੁਰਬਲ, ਬਲ ਵਿੱਚ ਘਟ ਗਿਆ ਹੋਇਆ, ਕਮਜ਼ੋਰ, ਨਿਤਾਣਾ। ਨੰਗ ਭੁੱਖ ਕੀ ਪੀਰ ਦਾ ਭਾਵ ਹੈ ਤਨ ਨੂੰ ਕੱਪੜੇ ਤੇ ਪੇਟ ਨੂੰ ਖਾਣੇ ਦੀ ਕਮੀ ਜਾਂ ਅਣਹੋਂਦ ਦੀ ਪੀੜ। ਦਮੜਾ ਦਾ ਭਾਵ ਹੈ, ਆਮ ਬੋਲੀ ਵਿੱਚ ਦਮੜੀ ਪੈਸੇ ਦੇ ਚੌਥੇ ਹਿੱਸੇ ਨੂੰ ਆਖਦੇ ਹਨ। ਫਾਰਸੀ ਵਿੱਚ ਦਿਰਮ, ਹਿੰਦੀ ਵਿੱਚ ਦਾਮ, ਰੁਪਈਆ। ਸਵਾਰਥ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸਵਾਰਥ, ਭਾਵ ਆਪਣਾ ਕੰਮ, ਪਰ ਪੰਜਾਬੀ ਵਿੱਚ ਇਸ ਦਾ ਅਰਥ ਆਪਣੇ ਕੰਮ ਜਾਂ ਆਪਣੀ ਗਰਜ ਤੋਂ ਛੁੱਟ ਪਰਾਏ ਦਾ ਕੰਮ ਆਪਣਾ ਕੰਮ ਸਮਝ ਕੇ ਕਰਨਾ ਵੀ ਭਾਵ ਹੁੰਦਾ ਹੈ। ਜਿਵੇਂ ਕਹੀਦਾ ਹੈ, ਫਲਾਣੇ ਦੀ ਧੀ ਦਾ ਵਿਆਹ ਹੈ, ਉਹ ਪਰਦੇਸੀ ਹੈ, ਮੈਂ ਉਸ ਸਵਾਰਥ ਤੇ ਚੱਲਿਆ ਹਾਂ, ਅਰਥਾਤ ਪਰ ਸਵਾਰਥ ਦੇ ਕੰਮ ਤੇ ਚੱਲਿਆ ਹਾਂ। ਇਸ ਤੁਕ ਵਿੱਚ ਭਾਵ ਇਹ ਹੈ ਕਿ ਕੋਈ ਪੁਰਸ਼ ਉਸ ਦੇ ਕੰਮ ਨੂੰ ਪਰ ਸਵਾਰਥ ਸਮਝ ਕੇ ਵੀ ਨਹੀਂ ਕਰਦਾ। ਸਵਾਉ ਦਾ ਭਾਵ ਹੈ, ਇਹ ਪਦ ਵੀ ਸਵਾਰਥ ਦਾ ਹੀ ਰੂਪ ਹੈ, ਜੋ ਪ੍ਰਾਕ੍ਰਿਤ ਵਿੱਚੋਂ ਹੋ ਕੇ ਇਸ ਪੰਜਾਬੀ ਰੂਪ ਵਿੱਚ ਆਇਆ ਹੈ। ਆਪਣੀ ਗਰਜ। ਤੁਕ ਵਿੱਚ ਭਾਵ ਇਹ ਹੈ ਕਿ ਕੋਈ ਉਸ ਦਾ ਕੰਮ ਸਮਝ ਕੇ ਵੀ ਨਹੀਂ ਕਰਦਾ। ਕਿਰਪਣ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਕ੍ਰਿਪਣ, ਭਾਵ ਛੂਮ, ਪਰ ਇੱਥੇ ਇਹ ਪਦ ਇਸਤਰੀ ਲਿੰਗ ਰੂਪ ਹੈ, ਇਸ ਕਰਕੇ ਅਰਥ ਹੈ ਕ੍ਰਿਪਣਤਾ, ਛੂਮ ਪੁਣਾ। ਚਾਰੇ ਕਿਲਵਿਖ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਕਿਲਵਿਖ ਭਾਵ ਪਾਪ। ਸ਼ਾਸਤਰਾਂ ਵਿੱਚ ਮੰਨੇ 4 ਉਗਰ ਪਾਪ, ਗਊ ਬ੍ਰਾਹਮਣ ਦਾ ਘਾਤ, ਸੋਨੇ ਦੀ ਚੋਰੀ, ਗੁਰੂ ਇਸਤਰੀ ਨਾਲ ਵਿਭਚਾਰ, ਸ਼ਰਾਬ ਪੀਣੀ, ਮਦਰਾ ਪਾਨ। ਅਸੁਰ ਸੰਘਾਰ ਦਾ ਭਾਵ ਹੈ ਅਸੁਰਾਂ ਤੋਲ ਸੰਘਾਰ ਕਰਨੇ ਵਾਲਾ। ਜਿਵੇਂ ਰਾਖਸ਼ ਹੱਤਿਆ ਕਰਦੇ ਹਨ, ਉਸ ਤਰ੍ਹਾਂ ਦੀ ਹੱਤਿਆ ਕਰਨੀ। ਰਾਖਸ਼ ਬ੍ਰਿਤੀ ਤੋਂ ਜ਼ਾਲਮਾਨਾ ਕਤਲਾਂ ਦੇ ਕਰਦੇ ਰਹਿਣ ਨਾਲ ਬ੍ਰਿਤੀ ਹੀ ਹੱਤਿਆ ਕਰਨ ਵਾਲੀ ਬਣ ਜਾਂਦੀ ਹੈ। ਭਾਵ ਹੈ ਰਾਖਸ਼ ਬ੍ਰਿਤੀ ਵਾਲਾ। ਨਾ ਕਰਨ ਧਰਿਆ ਦਾ ਭਾਵ ਹੈ ਕੰਨਾਂ ਵਿੱਚ ਧਾਰਨ ਨਾ ਕੀਤਾ, ਭਾਵ ਕਦੇ ਕੰਨੀ ਨਾ ਸੁਣਿਆ, ਜੇ ਸੁਣਿਆ ਤਾਂ ਅਣਸੁਣਿਆ ਕੀਤਾ। ਨਿਮਖ ਦਾ ਭਾਵ ਹੈ ਅੱਖ ਦੇ ਫੁਲਕਾਰੇ ਜਿੰਨਾ ਚਿਰ। ਮੁਖਾਗਰ ਦਾ ਭਾਵ ਹੈ ਮੂੰਹ ਦੇ ਅਗਲੇ ਭਾਗ ਤੋਂ। ਕੰਠੋ ਦਾ ਭਾਵ ਹੈ ਮੂੰਹ ਜ਼ਬਾਨੀ। ਵਿਚਰੇ ਦਾ ਭਾਵ ਹੈ ਵਿਸ਼ੇਸ਼ ਕਰਕੇ।
ਪਲਸ ਉਚਰੇ, ਚੰਗੀ ਤਰ੍ਹਾਂ ਉਚਾਰੇ। ਮੂੰਹੋਂ ਵਿਚਰੇ ਦਾ ਪ੍ਰਸੰਗਕ ਅਰਥ ਮੂੰਹੋਂ ਉਚਾਰੇ ਹੀ ਠੀਕ ਢੁਕਦਾ ਹੈ। ਭਾਵ ਮੂੰਹ ਜ਼ੁਬਾਨੀ ਸੁਣਾਵੇ। ਪਰਮ ਸਨਾਤਨ ਸਮਿਆਂ ਵਿੱਚ ਸਦੀਆਂ ਬੱਧੀ ਵੇਦ ਕੰਠ ਕੀਤੇ ਤੇ ਸੁਣਾਏ ਜਾਇਆ ਕਰਦੇ ਸਨ। ਨੰਬਰ 2, ਵਿਚਾਰ ਕਰੇ ਵੀ ਅਰਥ ਕਰਦੇ ਹਨ, ਪਰ ਮੂੰਹ ਜ਼ੁਬਾਨੀ ਵਿਚਾਰ ਕਰੇ ਕੁਛ ਠੀਕ ਢੁਕਵਾਂ ਅਰਥ ਨਹੀਂ ਬਣਦਾ। ਸ਼ਾਸਤਰ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਸ਼ਾਸਤਰ। ਪ੍ਰਸਿੱਧ 6 ਸ਼ਾਸਤਰ ਹਨ, ਜੋ ਦਰਸ਼ਨ ਸ਼ਾਸਤਰ ਤੇ ਖਟ ਸ਼ਾਸਤਰ ਵੀ ਕਹੀਦੇ ਹਨ। ਸ਼ਾਖ, ਜੋਗ, ਨਿਆਏ, ਵੈਸ਼ੇਸ਼ਿਕ, ਮੀਮਾਂਸਾ, ਵੇਦਾਂਤ। ਓਨੇ ਪਦ ਕਈ ਵੇਰ ਵਧੇਰੇ ਗਿਣਤੀ ਵੀ ਆਪਣੇ ਵਿੱਚ ਲੈ ਲੈਂਦਾ ਹੈ। ਸਿਮਰਤ ਦਾ ਭਾਵ ਹੈ ਇਹਨਾਂ ਵਿੱਚ ਧਰਮ ਦੀ ਵਿਵਸਥਾ ਨਿਰੂਪਣ ਹੁੰਦੀ ਹੈ। ਇਹ 27 ਪ੍ਰਸਿੱਧ ਹਨ। ਵੇਦ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਵੇਦ। ਵੇਦ 4 ਹਨ, ਜਿਸ ਤਰ੍ਹਾਂ ਰਿਗ, ਸ਼ਾਮ, ਜੁਜਰ, ਅਥਰਵ। ਇਹ ਈਸ਼ਵਰ ਕ੍ਰਿਤ ਮੰਨੇ ਜਾਂਦੇ ਹਨ। ਖਟ ਕਰਮਾਂ ਤੇ ਦੁੱਗਣੇ। 6 ਕਰਮਾਂ ਦੇ ਦੂਣੇ ਅਰਥਾਤ 12 ਕਰਮ। 6 ਕਰਮ ਬ੍ਰਾਹਮਣ ਦੇ ਇਹ ਹਨ: ਵੇਦ ਪੜ੍ਹਨਾ, ਪੜ੍ਹਾਉਣਾ, ਦਾਨ ਦੇਣਾ ਲੈਣਾ, ਜਗ ਕਰਨਾ ਤੇ ਕਰਾਉਣਾ। ਜੋਗ ਦੇ 6 ਕਰਮ ਇਹ ਹਨ: ਧੋਤੀ, ਵਸਤੀ, ਨੇਤੀ, ਤਰਾਟਕ, ਨਿਉਲੀ, ਕਪਾਲ, ਭਾਂਤੀ। ਜਿਸ ਤਰ੍ਹਾਂ ਨਿਉਲੀ ਕਰਮ ਖਟ ਕਰਮ ਕਰੀਜੈ। ਰਾਮਕਲੀ ਮਹੱਲਾ ਪਹਿਲਾ। ਵੈਸ਼ਨਵ ਧਰਮ ਦੇ ਖਟ ਕਰਮ ਇਹ ਹਨ: ਇਸ਼ਨਾਨ, ਸੰਧਿਆ, ਜਾਪ, ਹੋਮ, ਅਤਿਤ, ਪੂਜਾ, ਦੇਵ ਪੂਜਾ। ਮਨੂ ਨੇ 6 ਕਰਮ ਹੋਰ ਵੀ ਲਿਖੇ ਹਨ: ਤਾਪ, ਵੇਦ ਅਭਿਆਸ, ਇੰਦਰੈ ਦਮਨ, ਅਹਿੰਸਾ, ਗੁਰੂ ਸੇਵਾ, ਗਿਆਨ। ਇਸੀ ਤਰ੍ਹਾਂ ਖਟ ਕਰਮ ਕਈ ਹਨ। ਇਹ ਤੇ ਹੋਰ ਵੇਰਵਾ ਪਿੱਛੇ ਪੰਨਾ 197-98 ਪਰ ਵੀ ਆ ਚੁੱਕਾ ਹੈ। ਗੁਰਬਾਣੀ ਦੇ ਗਿਆਨੀ ਸੱਜਣ 12 ਕਰਮ ਇਉਂ ਗਿਣਦੇ ਹਨ: ਵੇਦ ਪੜ੍ਹਨਾ, ਪੜ੍ਹਾਉਣਾ, ਜਗ ਕਰਨਾ, ਕਰਾਉਣਾ, ਦਾਨ ਦੇਣਾ ਲੈਣਾ। ਬਾਕੀ ਦੇ 6 ਵਿੱਚ ਰੱਤਾ ਰੱਤਾ ਫਰਕ ਕਰਦੇ ਹਨ, ਜੋ ਇਹ ਹਨ: ਇਸ਼ਨਾਨ, ਸੰਧਿਆ, ਤਪ, ਹਵਨ, ਦੇਵ ਪੂਜਾ, ਅਥਿਤੀ ਅਰਚਨ। ਇਸ਼ਨਾਨ, ਜਪ, ਤੀਰਥ ਯਾਤਰਾ, ਹਵਨ, ਦੇਵ ਪੂਜਾ, ਅਥਿਤੀ ਅਰਚਨ। ਇਸ਼ਨਾਨ, ਸੰਧਿਆ, ਜਾਪ, ਹਵਨ, ਵੇਦ ਅਰਚਨ, ਅਥਿਤ ਪੂਜਾ। ਸ੍ਰੀ ਨਰੋਤਮ ਜੀ 12 ਕਰਮ ਦੀ ਥਾਂ 12 ਗੁਣ ਗਿਣਿਆ ਕਰਦੇ ਸਨ ਕਿ ਇਹਨਾਂ 12 ਗੁਣਾਂ ਸੰਯੁਕਤ ਹੋਵੇ। ਨੰਬਰ 1, ਧਨ। ਸ਼ੁਭ ਕੁਲ ਦਾ ਜਨਮ। ਤਪ, ਉਦਾਰਤਾ, ਵਿਦਵਤਾ, ਇੰਦਰੈ ਜਿੱਤ, ਸੁੰਦਰਤਾ, ਪ੍ਰਤਾਪ, ਉਦਮ, ਬਲ, ਅਸ਼ਟਾਂਗ ਯੋਗ, ਉੱਤਮ ਪ੍ਰਗਿਆ। ਨਹਾਏ ਦਾ ਭਾਵ ਹੈ ਪੰਜਾਬੀ ਵਿੱਚ ਨਹਾਉਣਾ ਤੋਂ। ਨਹਾਏ, ਇਸ਼ਨਾਨ, ਨਹਾ ਕੇ, ਨਹਾਵੇ। ਸਰਪਰ ਦਾ ਭਾਵ ਹੈ ਅਵਸ਼ ਹੀ, ਜ਼ਰੂਰ ਹੀ। ਮਿਲਕ ਦਾ ਭਾਵ ਹੈ ਅਰਬੀ ਵਿੱਚ ਮਲਕੀਅਤ, ਜਾਇਦਾਦਾਂ ਆਦਿ। ਸਿਕਦਾਰ ਦਾ ਭਾਵ ਹੈ ਫਾਰਸੀ ਵਿੱਚ ਸਿਕਦਾਇਰ, ਪਰਗਣਿਆਂ ਦਾ ਹਾਕਮ। ਮੁਰਾਦ ਸਰਦਾਰ ਜਾਂ ਹਾਕਮ ਤੋਂ ਹੁੰਦੀ ਹੈ। ਅਚਾਰਵੰਤ ਦਾ ਭਾਵ ਹੈ ਕਰਮ ਕਰਨ ਵਾਲਾ, ਚੰਗੇ ਕਰਮ ਕਰਨ ਵਾਲਾ। ਆਫਾਰ ਦਾ ਭਾਵ ਹੈ ਪੰਜਾਬੀ ਵਿੱਚ ਅਫਾਰਾ, ਆਫਰਿਆ ਹੋਇਆ। ਭਾਵ ਹੰਕਾਰ ਨਾਲ ਆਪੇ ਵਿੱਚ ਫੁੱਲਿਆ ਹੋਇਆ, ਹੰਕਾਰੀ। ਅਫਾਰ ਦਾ ਅਰਥ ਮੋੜ ਵੀ ਹੈ। ਅ ਪਲਸ ਫਾਰ ਭਾਵ ਜੋ ਨਾ ਫੇਰਿਆ ਜਾ ਸਕੇ। ਅਫਾਰ ਹੁਕਮ ਭਾਵ ਨਾ ਫੇਰੇ ਜਾਣ ਵਾਲਾ ਹੁਕਮ। ਤਰਕਸ ਦਾ ਭਾਵ ਹੈ ਫਾਰਸੀ ਵਿੱਚ ਤਰਕਸ਼, ਤੀਰ ਰੱਖਣੇ ਦਾ ਪੱਥਾ। ਤਰਕਸ ਬੰਦ ਦਾ ਭਾਵ ਹੈ ਫਾਰਸੀ ਵਿੱਚ ਤਰਕਸ਼ ਬੰਦ, ਤਰਕਸ਼ ਬੰਨਣੇ ਵਾਲਾ। ਮੁਰਾਦ ਹੈ ਸਨੱਧਬੱਧ ਸਿਪਾਹੀ। ਬੰਦ ਦਾ ਭਾਵ ਹੈ ਹਿੰਦੀ ਵਿੱਚ ਬੰਦਣਾ, ਨਮਸਕਾਰ, ਬੰਦਗੀ। ਰਸਾਤਲ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਰਸਾਤਲੰ, ਧਰਤੀ ਦੇ ਹੇਠਾਂ। 6ਵੇਂ ਪਤਾਲ ਦਾ ਨਾਉ ਹੈ। ਇੱਥੇ ਦੈਂਤ ਤੇ ਦਾਨਵ ਰਹਿੰਦੇ ਹਨ। ਛਿਦਰ ਦਾ ਭਾਵ ਹੈ ਸੰਸਕ੍ਰਿਤੀ ਵਿੱਚ ਛਿਦਰੰ, ਛੇਕ, ਫੁੱਟ, ਜ਼ਖਮ। ਮੁਰਾਦ ਹੈ ਅੰਗ ਭੰਗ ਨਾ ਹੋਵੇ। ਕਾੜਾ ਦਾ ਭਾਵ ਹੈ ਪੰਜਾਬੀ ਵਿੱਚ ਸੰਤਾਪ, ਮਨ ਦੀ ਤਪਸ਼, ਕੁੜਨ ਸੜਨ। ਅਹਨਿਸ ਦਾ ਭਾਵ ਹੈ ਦਿਨ ਰਾਤ।
ਜਮ ਕੰਕਰ ਦਾ ਭਾਵ ਹੈ ਜਮਾਂ ਦਾ ਦਾਸ, ਜਮ ਦੂਤ। ਦੋਹਾਂ ਸਿਰਿਆਂ ਦਾ ਭਾਵ ਹੈ ਦੋਹਾਂ ਟਿਕਾਣਿਆਂ ਦਾ, ਭਾਵ ਲੋਕ ਪਰਲੋਕ ਦੋਹਾਂ ਜਹਾਨਾਂ ਦਾ।